ਜਿੰਦਰ ਪੰਜਾਬੀ ਕਹਾਣੀਕਾਰ ਹੈ। ਉਹ ਨਿੱਘਰ ਕਥਾਕਾਰ ਵਜੋਂ ਪੰਜਾਬੀ ਕਹਾਣੀ ਵਿੱਚ ਜਾਣਿਆ ਜਾਂਦਾ ਹੈ। ਮੈਂ ਉਸ ਦੀ ਕਹਾਣੀ ਆਊਟਸਾਈਡਰ ਕਹਾਣੀ ਧਾਰਾ ਮੈਗਜ਼ੀਨ ਵਿੱਚੋਂ ਪੜ੍ਹੀ, ਜਿਸ ਬਾਰੇ ਅੱਜ ਮੈਂ ਗੱਲ ਕਰਾਂਗੀ। ਜਿੰਦਰ ਉੱਤਰ ਆਧੁਨਿਕਤਾਵਾਦ ਦੇ ਦੌਰ ਦਾ ਕਥਾਕਾਰ ਹੈ, ਜੋ ਉੱਤਮ ਪੁਰਖੀ ਬਰਤਾਂਤ ਵਿੱਚ ਕਹਾਣੀ ਦੀ ਸਿਰਜਣਾ ਕਰਦਾ ਹੈ। ਵੈਸੇ ਤਾਂ ਉਸ ਦੀਆਂ ਕਹਾਣੀਆਂ ਆਧੁਨਿਕ ਮਨੁੱਖ ਦੀਆਂ ਮਾਨਸਿਕ ਸੰਵੇਦਨਾਵਾਂ ਗੁੰਝਲਾਂ ਨੂੰ ਖੋਲ੍ਹਦੀਆਂ ਪ੍ਰਤੀਤ ਹੁੰਦੀਆਂ ਹਨ ਤੇ ਉਸ ਦੀਆਂ ਕਹਾਣੀਆਂ ਦੇ ਪਾਤਰ ਮਾਨਸਿਕ ਤਣਾਅ ਵਿੱਚ ਕਸ਼ਮਕਸ਼ ਚੱਲਦੇ ਦਿਖਾਈ ਦਿੰਦੇ ਹਨ। ਜਿੰਦਰ ਦੀ ਕਹਾਣੀ ਆਊਟਸਾਈਡਰ ਦਾ ਦੁਖਾਂਤ ਵੱਖਰੀ ਕਿਸਮ ਦਾ ਹੈ, ਜਿਸ ਵਿੱਚ ਇੱਕ ਦੂਜੇ ਵਿਆਹ ਦੀ ਪਤਨੀ ਆਪਣੇ ਪਤੀ ਦੇਵ ਨਾਲ ਵਿਆਹ ਕਰਵਾ ਲੈਂਦੀ ਹੈ, ਜਿਸ ਦੇ ਪਹਿਲਾਂ ਹੀ 3 ਬੱਚੇ, ਇੱਕ ਧੀ ਬਲਵਿੰਦਰ ਅਤੇ 2 ਪੁੱਤਰ ਕੁਲਦੀਪ ਤੇ ਜਗਜੀਤ ਹਨ, ਅਤੇ ਦੇਵ ਦੀ ਦੂਜੇ ਵਿਆਹ ਦੀ ਪਤਨੀ ਸਿਮਰੋ ਦਾ ਇੱਕ ਮੁੰਡਾ ਸੰਦੀਪ ਹੁੰਦਾ ਹੈ, ਜੋ ਉਹ ਆਪਣੇ ਪੇਕੇ ਪਿੰਡ ਹੀ ਆਪਣੀ ਮਾਂ ਕੋਲ ਛੱਡ ਆਉਂਦੀ ਹੈ। ਪਰ ਉਸ ਨੂੰ ਆਪਣੇ ਬੇਟੇ ਸੰਦੀਪ ਦੀ ਯਾਦ ਹਮੇਸ਼ਾ ਸਤਾਉਂਦੀ ਰਹਿੰਦੀ ਹੈ, ਜੋ ਅਕਸਰ ਇਸ ਤਰ੍ਹਾਂ ਦੀਆਂ ਔਰਤਾਂ ਨਾਲ ਹੁੰਦਾ ਹੀ ਹੈ। ਜਿੰਦਰ ਦੀ ਇਹ ਕਹਾਣੀ ਇਸਤਰੀ ਦੇ ਦੋਹਰੇ ਸੰਤਾਪ ਭੋਗਣ ਦੀ ਕਹਾਣੀ ਹੈ ਕਿ ਔਰਤ ਆ ਜਿਹੜੀ ਆਪਣੀਆਂ ਮਾਨਸਿਕ ਗੁੰਝਲਾਂ ਨੂੰ ਬਹੁਤ ਹੀ ਮਾਨਸਿਕ ਗੁੰਝਲਾਂ ਦੀਆਂ ਡੂੰਘੀਆਂ ਪੀੜਾਂ ਨੂੰ ਵਿਅਕਤ ਕਰਦੀ ਹੈ ਕਿ ਦੇਵ ਭਾਵੇਂ ਆਪਣੀ ਪਤਨੀ ਦੇ ਮੁੰਡੇ ਸੰਦੀਪ ਨੂੰ ਬਹੁਤ ਪਿਆਰ ਕਰਦਾ ਹੈ, ਉਸ ਨੂੰ ਕਦੇ ਕੁਝ ਨਹੀਂ ਕਹਿੰਦਾ, ਪਰ ਉਹ ਕਦੇ ਵੀ ਆਪਣਿਆਂ ਦੇ ਘਰ ਨਹੀਂ ਆਉਣਾ ਚਾਹੁੰਦਾ ਤੇ ਹਮੇਸ਼ਾ ਹੀ ਆਪਣੇ ਆਪ ਨੂੰ ਆਊਟਸਾਈਡਰ ਹੀ ਮਹਿਸੂਸ ਕਰਦਾ ਹੈ। ਉੱਥੇ ਆ ਕੇ ਉਸ ਦਾ ਦਮ ਘੁੱਟਦਾ ਹੈ। ਉਹ ਛੇਤੀ ਹੀ ਉੱਥੋਂ ਮੁੜ ਜਾਣਾ ਚਾਹੁੰਦਾ ਹੈ, ਪਰ ਆਪਣੀ ਮਾਂ ਨਾਲ ਉਸ ਦਾ ਅੰਤਾਂ ਦਾ ਮੋਹ ਹੈ ਤੇ ਰੋਟੀ ਵੀ ਜਦੋਂ ਉਹ ਮਿਲਣ ਆਉਂਦਾ ਹੈ, ਉਸ ਨੂੰ ਮਿਲਣ ਆਉਂਦਾ ਹੈ ਜਾਂ ਉਹ ਉਸ ਨੂੰ ਮਿਲਣ ਉਸ ਦੇ ਨਾਨਕੇ ਜਾਂਦੀ ਹੈ ਤਾਂ ਉਸ ਦੇ ਹੱਥਾਂ ਨਾਲ ਹੀ ਖਾਂਦਾ ਹੈ। ਜਿਵੇਂ ਮੈਂ ਕਹਾਣੀ ਵਿੱਚੋਂ ਬਰਤਾਂਤ ਪੜ੍ਹ ਕੇ ਸੁਣਾਵਾਂਗੀ। ਉਸ ਦੀਆਂ ਗੱਲਾਂ ਹਨ ਸਿਮਰੋ ਦੇ ਮੁੰਡੇ ਸੰਦੀਪ ਦੀਆਂ। ਹੋਰ ਨਹੀਂ ਖਾਇਆ ਜਾਂਦਾ, ਕਹਿ ਉਹ ਹੱਥ ਧੋਣ ਲਈ ਉੱਠ ਖੜ੍ਹਦਾ। ਫਿਰ ਉਹ ਮੇਰੀ ਗੋਦ 'ਚ ਸਿਰ ਰੱਖ ਕੇ ਪੈ ਜਾਂਦਾ। ਦੂਜੇ ਦਿਨ ਮੈਂ ਜਾਣ ਨੂੰ ਤਿਆਰ ਹੁੰਦੀ ਤਾਂ ਉਹ ਹੈਰਾਨਗੀ ਨਾਲ ਪੁੱਛਦਾ, ਤੁਸੀਂ ਕਿੱਥੇ ਚੱਲੇ ਹੋ? ਮੈਂ ਕਾਹਲੀ ਕਾਹਲੀ ਦੱਸਦੀ, ਆਪਣੇ ਘਰ, ਤੂੰ ਅਗਲੇ ਹਫ਼ਤੇ ਆ ਜਾਈਂ। ਅੱਗੋਂ ਉਹ ਕੁਝ ਨਾ ਬੋਲਦਾ ਨਾ ਪੁੱਛਦਾ, ਜਿੱਦਾਂ ਇੱਥੇ ਆ ਕੇ ਮਾਂ ਪੁੱਤਰ ਦਾ ਰਿਸ਼ਤਾ ਡੈੱਡਲਾਈਨ 'ਤੇ ਆ ਪਹੁੰਚਦਾ ਹੋਵੇ। ਪਰ ਸੰਦੀਪ ਆਪਣੇ ਮਨ ਦੀਆਂ ਗੁੰਝਲਾਂ ਨੂੰ ਕਦੇ ਵੀ ਖੋਲ੍ਹਦਾ ਨਹੀਂ ਸੀ। ਦੇਵ ਦੀ ਪਤਨੀ ਦਾ ਆਪਣੇ ਘਰ ਵਿੱਚ ਕਦੇ ਵੀ ਜੀ ਨਹੀਂ ਸੀ ਲੱਗਦਾ ਤੇ ਉਸ ਨੂੰ ਇਹ ਘਰ ਕਦੇ ਵੀ ਆਪਣਾ ਨਹੀਂ ਲੱਗਦਾ ਸੀ, ਜਿਸ ਨੂੰ ਲੈ ਕੇ ਉਹ ਦੁਖੀ ਹੁੰਦੀ ਰਹਿੰਦੀ। ਜਿੰਦਰ ਨੇ ਆਪਣੀ ਕਹਾਣੀ ਵਿੱਚ ਆਪਣੇ ਖੂਨ ਵਿੱਚ ਹੀ ਅਪਣੱਤ ਹੁੰਦੀ ਦਿਖਾਈ ਹੈ ਤੇ ਉਸ ਦੀ ਮਾਨਸਿਕਤਾ ਹਮੇਸ਼ਾ ਇਸੇ ਉਲਝਣ ਵਿੱਚ ਫਸੀ ਰਹਿੰਦੀ ਹੈ ਕਿ ਮੈਂ ਇੱਥੇ ਆ ਕੇ ਕੀ ਖੱਟਿਆ, ਕਿ ਮੇਰੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਹੈ। ਇਹ ਹਰੇਕ ਉਸ ਔਰਤ ਦੀ ਤਰਾਸਦੀ ਹੈ ਜੋ ਦੂਜੇ ਥਾਂ ਵਿਆਹ ਕਰਵਾ ਤਾਂ ਲੈਂਦੀ ਹੈ, ਪਰ ਆਪਣੇ ਬੱਚੇ ਪੇਕੇ ਛੱਡ ਆਉਂਦੀ ਹੈ, ਜਿਨ੍ਹਾਂ ਦਾ ਸੰਤਾਪ ਭੋਗਦੀ ਹੈ
ਤੇ ਦੇਵ ਦੇ ਮੁੰਡੇ ਵੀ ਬੱਧੀ ਬਾਂਦ ਵਾਂਗੂ ਹੀ ਉਸ ਨੂੰ ਮੰਮੀ ਮੰਮੀ ਓਪਰੇ ਮਨੋਂ ਕਹਿੰਦੇ ਰਹਿੰਦੇ ਹਨ, ਭਾਵ ਓਪਰਾਪਣ ਹੀ ਰਹਿੰਦਾ ਹੈ। ਪਰ ਸਿਮਰੋ ਨੂੰ ਉਹਨਾਂ ਦਾ ਹਮੇਸ਼ਾ ਖਿਆਲ ਰੱਖਣ ਦੀ ਦੂਰੀ ਜ਼ਿੰਮੇਵਾਰੀ ਹੈ, ਕਿਉਂਕਿ ਪਤੀ ਵੀ ਘਰ ਨਹੀਂ ਹੈ ਤੇ ਉਹ ਆਪਣੇ ਪੁੱਤਰ ਸੰਦੀਪ ਕੋਲ ਜਾਣਾ ਚਾਹੁੰਦੀ ਹੋਈ ਵੀ ਅਜਿਹੇ ਖਲਜਗਣਾ ਚੋਂ ਨਿਕਲ ਕੇ ਉਸ ਨੂੰ ਮਿਲਣ ਨਹੀਂ ਜਾ ਸਕਦੀ। ਇਹ ਉਸ ਦੀ ਮਜਬੂਰੀ ਹੈ। ਪਰ ਮਰਦ ਦੇਵ ਕਦੇ ਵੀ ਉਸ ਨਾਲ ਡੂੰਘੀਆਂ ਗੱਲਾਂ, ਭਾਵ ਦਿਲ ਦੀਆਂ ਗੱਲਾਂ ਨਹੀਂ ਕਰਦਾ ਤੇ ਕਦੇ ਤਾਂ ਉਸ ਨੂੰ ਇਉਂ ਲੱਗਦਾ ਹੈ ਕਿ ਦੇਵ ਡਰਾਮੇਬਾਜ਼ ਹੀ ਬਣਿਆ ਰਹਿੰਦਾ ਹੈ। ਜਿਸ ਕਰਕੇ ਉਸ ਨੂੰ ਡਰਾਮੇਬਾਜ਼ ਬਣਿਆ ਹੀ ਪ੍ਰਤੀਤ ਹੁੰਦਾ। ਦੇਵ ਭਾਵੇਂ ਕਿ ਉਸ ਨੂੰ ਬਹੁਤ ਹੀ ਪਿਆਰ ਵੀ ਕਰਦਾ ਹੈ, ਉਸ ਦੇ ਹਰ ਦੁੱਖ ਸੁੱਖ ਦੇ ਵਿੱਚ ਵੀ ਸਹਾਈ ਹੁੰਦਾ ਹੈ, ਪਰ ਸਿਮਰੋ ਨੂੰ ਚੰਗਾ ਚੰਗਾ ਮਹਿਸੂਸ ਨਹੀਂ ਹੁੰਦਾ। ਘੁਟਨ ਮਹਿਸੂਸ ਹੁੰਦੀ ਰਹਿੰਦੀ ਹੈ ਤੇ ਘਬਰਾਹਟ ਜਿਹੀ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਸਮੁੱਚੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿੰਦਰ ਨੇ ਆਪਣੀ ਕਹਾਣੀ ਵਿੱਚ ਸਮਾਜ ਵਿੱਚ ਵਾਪਰ ਰਹੇ ਵਰਤਾਰੇ ਦੀ ਅਤੇ ਔਰਤਾਂ ਨਾਲ ਉਹਨਾਂ ਦੇ ਪਿਛਲੇ ਵਿਆਹ ਦੇ ਬੱਚਿਆਂ ਦੀ ਮਾਨਸਿਕਤਾ ਦੀ ਡੂੰਘੀ ਸੱਟ ਨੂੰ ਉਭਾਰਿਆ ਹੈ, ਜੋ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ। ਕਹਾਣੀਕਾਰ ਦਾ ਇਹੋ ਹੀ ਹਾਸਲ ਹੈ ਕਿ ਉਸਨੇ ਅਜਿਹੀਆਂ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਦੀ ਮਾਨਸਿਕਤਾ ਨੂੰ ਉਧੇੜ ਕੇ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸ਼ੁਕਰੀਆ।